इस वीडियो ਦੇ ਵਿੱਚ ਆਪਾਂ ਬੰਗਲਾ ਕਹਾਣੀ ਦਾ ਸਾਰ ਪੜਾਂਗੇ। ਬੰਗਲਾ ਕਹਾਣੀ ਪ੍ਰੇਮ ਪ੍ਰਕਾਸ਼ ਤੇ ਲਿਖੀ ਹੋਈ ਹੈ। ਬੰਗਲਾ ਕਹਾਣੀ ਦਾ ਸਾਰ। ਕਹਾਣੀਕਾਰ ਬਿਸ਼ਨ ਸਿੰਘ SDM ਆਪਣੀ ਮਿਸਿਸ ਸੋਨੀਆ ਗਿੱਲ ਜੋ ਕਿ ਇੰਡਸਟਰੀਅਲ ਅਫਸਰ ਹੈ ਨਾਲ ਸਰਕਾਰੀ ਬੰਗਲੇ ਵਿੱਚ ਰਹਿੰਦਾ ਹੈ। ਕਹਾਣੀਕਾਰ ਨੂੰ ਇਸ ਬੰਗਲੇ ਵਿੱਚ ਹਰ ਵੇਲੇ ਟੈਨਸ਼ਨ ਛਾਈ ਪ੍ਰਤੀਤ ਹੁੰਦੀ ਹੈ। ਉਸਨੂੰ ਉਸਦੇ ਇੱਕ ਦੋਸਤ ਨੇ ਕਿਹਾ ਕਿ ਇਸ ਬੰਗਲੇ ਵਿੱਚ ਜਾਂ ਉਹ ਰਹੇਗਾ ਜਾਂ ਉਸਦੀ ਪਤਨੀ। ਕਹਾਣੀਕਾਰ ਦੇ ਦੋਸਤ ਨੂੰ ਉਸਦੀ ਪਤਨੀ ਦੇ ਵਿਦੇਸ਼ੀ ਜਿਹੇ ਨਾਂ ਅਤੇ ਉਸਦੇ ਯੂਰਪੀ ਜਿਉਣ ਢੰਗ ਤੋਂ ਚਿੜ ਸੀ। ਚਿੜ ਤਾਂ ਕਹਾਣੀਕਾਰ ਨੂੰ ਵੀ ਸੀ ਤੇ ਉਸਨੇ ਸੋਚਿਆ ਸੀ ਕਿ ਉਸਦੇ ਅੰਦਰ ਜਾਂ SDM ਰਹੇਗਾ ਜਾਂ ਗਰੀਬ ਕਿਸਾਨ ਦਾ ਪੁੱਤ। ਪਰੰਤੂ ਸੱਚਾਈ ਉਸਨੂੰ ਇਹ ਦਿਸਦੀ ਸੀ ਕਿ ਉਸ ਬੰਗਲੇ ਵਿੱਚੋਂ ਨਾ ਉਸਦੀ ਪਤਨੀ ਨੇ ਜਾਣਾ ਸੀ ਤੇ ਨਾ ਉਸਦੇ ਅੰਦਰੋਂ ਅਫਸਰੀ ਨੇ। ਬਸ ਉਹਨਾਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਰਿਸ਼ਤੇ ਦੀ ਤੰਦ ਨੂੰ ਖਿੱਚੀ ਜਾਣਾ ਤੇ ਮਰੋੜੀ ਜਾਣਾ ਹੈ। ਇਹ ਗੱਲਾਂ ਕਹਾਣੀਕਾਰ ਨੂੰ ਬੰਗਲੇ ਦੀ ਲਾਨ ਵਿੱਚ ਕੁਰਸੀ ਉੱਤੇ ਬੈਠ ਕੇ ਇੱਕ ਨਾਵਲ ਪੜ੍ਹਦਿਆਂ ਸੁੱਝ ਰਹੀਆਂ ਸਨ। ਉਸਨੂੰ ਆਪਣੇ ਪਿੰਡ ਸ਼ਾਹਪੁਰ ਤੋਂ ਕਿਸੇ ਆਉਣ ਦੀ ਉਡੀਕ ਵੀ ਸੀ। ਐਤਵਾਰ ਦੀ ਛੁੱਟੀ ਸੀ। ਪਿਛਲੇ ਲਾਨ ਵਿੱਚ ਸੋਨੀਆ, ਬੱਚੇ ਤੇ ਉਹਨਾਂ ਦਾ ਇੱਕ ਮਾਮਾ ਬੈਡਮਿੰਟਨ ਖੇਡ ਰਹੇ ਸਨ। ਕਹਾਣੀਕਾਰ ਨੂੰ ਡਰ ਸੀ ਕਿ ਜਦੋਂ ਵੀ ਕੋਈ ਉਹਨਾਂ ਦੇ ਪਿੰਡੋਂ ਆਵੇਗਾ ਤਾਂ ਸਾਰੇ ਬੰਗਲੇ ਵਿੱਚ ਟੈਨਸ਼ਨ ਫੈਲ ਜਾਵੇਗੀ। ਇਸ ਟੈਨਸ਼ਨ ਦੇ ਕਈ ਕਾਰਨ ਹੋ ਸਕਦੇ ਹਨ। ਪਿਛਲੇ ਲਾਨ ਵਿੱਚ ਖੇਡਦੇ ਸੋਨੀਆ ਤੇ ਉਸਦੇ ਭਰਾ ਦਾ ਉੱਚਾ ਹਾਸਾ ਉਸਦੀ ਸੋਚ ਨੂੰ ਖਿੰਡਾ ਸਕਦਾ ਸੀ। ਉਹ ਉਹਨਾਂ ਨੂੰ ਆਖੇ ਜਾਂ ਨਾ ਆਖੇ ਬਿਨਾਂ ਵੀ ਦੁਖੀ ਰਹਿ ਸਕਦਾ ਸੀ। ਕੁਝ ਆਖਣ ਦੀ ਸੂਰਤ ਵਿੱਚ ਉਸਨੂੰ ਸ਼ਾਮ ਦਾ ਲੰਘਣਾ ਔਖਾ ਜਾਪਦਾ ਸੀ ਜਦੋਂ ਕਿ ਉਸਦੇ ਪਿੰਡ ਸ਼ਾਹਪੁਰ ਤੋਂ ਕਿਸੇ ਨੇ ਆਉਣਾ ਸੀ। ਉਸ ਲਈ ਇਹ ਵੀ ਠੀਕ ਨਹੀਂ ਸੀ ਕਿ ਜੇਕਰ ਉਹ ਆਪ ਚੁੱਪ ਰਹਿਣਾ ਚਾਹੁੰਦਾ ਸੀ ਤਾਂ ਉਹ ਕਿਸੇ ਨੂੰ ਬੋਲਣ ਹੀ ਨਾ ਦੇਵੇ। ਉਹ ਘਰੋਂ ਬਾਹਰ ਵੀ ਨਹੀਂ ਜਾ ਸਕਦਾ ਕਿਉਂਕਿ ਬਾਹਰ ਲੋਕਾਂ ਨੂੰ ਉਸਦੀ ਬਜਾਏ ਉਸਦੀ ਕੁਰਸੀ ਦਿਸਦੀ ਰਹਿੰਦੀ ਸੀ। ਉਸਦਾ ਕਿਸੇ ਐਰੇ ਗੈਰੇ ਨਾਲ ਮਿਲਣਾ ਸੋਨੀਆ ਨੂੰ ਪਸੰਦ ਵੀ ਨਹੀਂ ਸੀ ਕਿਉਂਕਿ ਇਸ ਨਾਲ ਉਸਨੂੰ ਆਪਣੇ ਸਟੇਟਸ ਵਿੱਚ ਫਰਕ ਦਿਸਦਾ ਸੀ। ਕਿਸੇ ਸਨਅਤਕਾਰ ਨੂੰ ਉਸਦੇ ਬੰਗਲੇ ਵੱਲ ਮੂੰਹ ਕਰਨ ਦੀ ਹਿੰਮਤ ਨਹੀਂ ਸੀ। ਕਦੇ ਕਦੇ ਕਹਾਣੀਕਾਰ ਦਾ ਦਿਲ ਕਰਦਾ ਸੀ ਕਿ ਉਹ ਸ਼ਾਮ ਵੇਲੇ ਨਹਿਰ ਦੀ ਪਟੜੀ ਉੱਤੇ ਤੁਰਦਿਆਂ ਦੂਰ ਨਿਕਲ ਜਾਵੇ ਤੇ ਖੇਤਾਂ ਵਿੱਚ ਕੰਮ ਕਰਦੇ ਲੋਕਾਂ ਨਾਲ ਖੇਤੀ ਸੰਬੰਧੀ ਗੱਲਾਂ ਕਰੇ। ਪਰ ਇਹ ਗੱਲਾਂ ਉਹ ਸ਼ਾਹਪੁਰ ਵਿੱਚ ਹੀ ਕਰ ਸਕਦਾ ਸੀ। ਕਦੀ ਕਦੀ ਉਸਨੂੰ ਆਪਣਾ ਅਫਸਰ ਬਣਨਾ ਤੇ ਫਿਰ ਪੁਲਿਸ ਅਫਸਰ ਦੀ ਧੀ ਨਾਲ ਵਿਆਹ ਹੋਣਾ ਫਿਲਮੀ ਜਿਹਾ ਲੱਗਦਾ ਸੀ ਤੇ ਉਹ ਸੋਚਦਾ ਸੀ ਕਿ ਇਸ ਤਰ੍ਹਾਂ ਉਸਨੂੰ ਜੋ ਕੁਝ ਮਿਲਿਆ ਹੈ ਉਹ ਸਭ ਕੁਝ ਉਸਦੇ ਮਾਫਕ ਨਹੀਂ ਆਇਆ ਅਤੇ ਇਹੋ ਹੀ ਟੈਨਸ਼ਨ ਦਾ ਬੀਜ ਹੈ। ਟੈਨਸ਼ਨ ਦਾ ਕਾਰਨ ਸੋਨੀਆ ਦਾ ਉਸਨੂੰ ਪੜ੍ਹਦੇ ਨੂੰ ਜਾਂ ਸੋਚਦੇ ਨੂੰ ਛੇੜੇ ਜਾਣਾ ਵੀ ਹੋ ਸਕਦਾ ਸੀ। ਇੱਕ ਦਿਨ ਉਹ ਇੱਕ ਕਿਤਾਬ ਪੜ੍ਹ ਰਿਹਾ ਸੀ ਕਿ ਸੋਨੀਆ ਉਸਦੇ ਸਾਹਮਣੇ ਆ ਖੜੀ ਹੋਈ ਤੇ ਪੁੱਛਣ ਲੱਗੀ ਕਿ ਉਹ ਕੀ ਸੋਚ ਰਿਹਾ ਹੈ। ਉਸਨੇ ਉੱਤਰ ਦਿੱਤਾ ਕਿ ਉਹ ਸੋਚ ਰਿਹਾ ਹੈ ਕਿ ਅੱਧੇ ਤੋਂ ਵੱਧ ਸਾਉਣ ਬੀਤ ਜਾਣ ਤੇ ਵੀ ਨਾ ਇਸ ਇਲਾਕੇ ਵਿੱਚ ਮੀਂਹ ਪਿਆ ਤੇ ਨਾ ਉਸਦੇ ਪਿੰਡਾਂ ਵੱਲ। ਇਹ ਸੁਣ ਕੇ ਸੋਨੀਆ ਹੱਸੀ ਤੇ ਕਹਿਣ ਲੱਗੀ ਕਿ ਭਾਰਤ ਕਿੰਨਾ ਵੱਡਾ ਦੇਸ਼ ਹੈ। ਇਸ ਵਿੱਚ ਕਿਤੇ ਮੀਂਹ ਵੱਧ ਪੈਂਦਾ ਹੈ ਤੇ ਕਿਤੇ ਘੱਟ, ਕਿਤੇ ਫਸਲ ਵੱਧ ਹੋ ਜਾਂਦੀ ਹੈ ਤੇ ਕਿਤੇ ਘੱਟ। ਲੋਕ ਕਿੱਥੋਂ ਖਾਣਗੇ ਇਸ ਦਾ ਨਿਰਭਰ ਦੇਸ਼ ਵਿੱਚ ਹੋਈ ਕੁੱਲ ਉਪਜ ਉੱਤੇ ਹੁੰਦਾ ਹੈ, ਨਾ ਕਿ ਇਸ ਗੱਲ ਤੇ ਕਿ ਉਹਨਾਂ ਦੇ ਕਨੇ ਕਨੀ ਕਿੰਨਾ ਮੀਂਹ ਪਿਆ ਹੈ। ਕਹਾਣੀਕਾਰ ਨੇ ਹੱਸ ਕੇ ਗੱਲ ਟਾਲ ਛੱਡੀ ਪਰ ਉਹ ਕਹਿਣਾ ਚਾਹੁੰਦਾ ਸੀ ਕਿ ਉਸਦੇ ਪਿੰਡ ਵਿੱਚ ਮੀਂਹ ਨਾ ਪੈਣ ਦਾ ਅਸਰ ਉੱਥੋਂ ਦੇ ਗਰੀਬ ਕਿਸਾਨਾਂ ਦੀ ਜ਼ਿੰਦਗੀ ਉੱਪਰ ਪੈਂਦਾ ਹੈ। ਉਹ ਉਸਨੂੰ ਇਹ ਗੱਲ ਨਾ ਕਹਿ ਕੇ ਬੁੱਢੇ ਕੁੱਤੇ ਢੇਰੂ ਬਾਰੇ ਕੁਝ ਕਹਿਣ ਲੱਗ ਪਿਆ ਜਿਸ ਦੇ ਖਾਰਿਸ਼ ਪਈ ਹੋਈ ਸੀ, ਦੰਦ ਝੜ ਚੁੱਕੇ ਸਨ ਤੇ ਉਹ ਉਸਨੂੰ ਗੋਲੀ ਪਾ ਕੇ ਮਾਰਨਾ ਚਾਹੁੰਦੀ ਸੀ। ਇਹ ਸੁਣ ਕੇ ਕਹਾਣੀਕਾਰ ਵਿੱਚ ਟੈਨਸ਼ਨ ਜਾਗ ਪਈ ਤੇ ਸੋਨੀਆ ਉਸਨੂੰ ਤੇਜ਼ੀ ਨਾਲ ਕਹਿਣ ਲੱਗੀ ਕਿ ਉਸਨੂੰ ਸੋਚਣ ਦੀ ਐਵੇਂ ਬਿਮਾਰੀ ਹੈ, ਉਸਨੂੰ ਮਨੋਰੋਗ ਦੇ ਕਿਸੇ ਮਾਹਿਰ ਨਾਲ ਮਸ਼ਵਰਾ ਕਰਨਾ ਚਾਹੀਦਾ ਹੈ। ਕਹਾਣੀਕਾਰ ਨੂੰ ਟੈਨਸ਼ਨ ਦੀ ਬਿਮਾਰੀ ਉਦੋਂ ਲੱਗੀ ਜਦੋਂ ਕਾਲਜ ਪੜ੍ਹਦਾ ਸੀ ਜਿੱਥੇ ਉਹ ਬਹੁਤੇ ਮੁੰਡਿਆਂ ਤੋਂ ਮਾੜਾ ਤੇ ਗਰੀਬ ਸੀ। ਉਦੋਂ ਪਜਾਮੇ ਪਾ ਕੇ ਤਾਂ ਕਈ ਮੁੰਡੇ ਆਉਂਦੇ ਸਨ ਪਰ ਉਹ ਫਾਟਾ ਵਾਲਾ ਪਜਾਮਾ ਵੀ ਪਾਉਂਦਾ ਸੀ। MA ਕਰਕੇ ਲੈਕਚਰਰ ਬਣਨ ਤੋਂ ਮਗਰੋਂ PCS ਕਰਕੇ ਉਸ ਉੱਪਰ ਅਫਸਰ ਬਣਨ ਦਾ ਛੱਪਰ ਪਾਟਾ ਸੀ। ਉਹ ਸੋਚਦਾ ਸੀ ਕਿ ਉਸਨੂੰ ਵੀ ਚਾਹੀਦਾ ਸੀ ਕਿ ਉਹ ਸੋਨੀਆ ਦੇ ਡੈਡੀ ਵਾਂਗ ਆਪਣੀ ਗਰੀਬੀ ਦਾ ਬਦਲਾ ਲੈਂਦਾ। ਜਿਵੇਂ ਉਸਨੇ ਅਫਸਰ ਬਣ ਕੇ ਆਪਣੀ ਜਾਤ ਗੋਤ ਬਦਲ ਕੇ ਹੇਠੋਂ ਧਾਗਾ ਤੋੜ ਕੇ ਉੱਪਰ ਜੋੜ ਲਿਆ ਸੀ। ਇੰਨੇ ਨੂੰ ਸੋਨੀਆ ਉਸ ਕੋਲ ਆ ਕੇ ਉਸਨੂੰ ਸ਼ਹਿਰ ਚੱਲਣ ਲਈ ਕਹਿਣ ਲੱਗੀ। ਉਸਦੇ ਕਹਿਣ ਦੇ ਢੰਗ ਵਿੱਚੋਂ ਕਦੇ ਅਫਸਰੀ ਦਿਸਦੀ ਸੀ, ਕਦੇ ਮਾਪਿਆਂ ਦਾ ਹੰਕਾਰ ਤੇ ਕਦੇ ਪਤਨੀ ਹੋਣ ਦਾ ਮਾਣ। ਇਸ ਸਮੇਂ ਉਹ ਕਹਾਣੀਕਾਰ ਨੂੰ ਕਾਫੀ ਪਿਆਰੀ ਲੱਗੀ ਤੇ ਉਹ ਕਹਿਣ ਲੱਗਾ ਕਿ ਸ਼ਹਿਰ ਜਾ ਕੇ ਕੀ ਲੈਣਾ ਹੈ। ਉਸਨੂੰ ਦੇਖਣ ਤੋਂ ਬਾਅਦ ਹੋਰ ਕੁਝ ਦੇਖਣ ਦੀ ਇੱਛਾ ਹੀ ਨਹੀਂ ਰਹਿੰਦੀ। ਉਹ ਹੱਸਦੀ ਹੋਈ ਉੱਠ ਕੇ ਉਸਦੀਆਂ ਦੋਹਾਂ ਗੱਲਾਂ ਨੂੰ ਹੱਥਾਂ ਵਿੱਚ ਘੁੱਟ ਕੇ ਚੁੱਪ ਕਰਕੇ ਅੰਦਰ ਚਲੀ ਗਈ। ਕਹਾਣੀਕਾਰ ਫਿਰ ਪੜ੍ਹਨ ਲੱਗ ਪਿਆ। ਉਸਨੂੰ ਜਾਪਦਾ ਸੀ ਕਿ ਕੋਈ ਨਾ ਕੋਈ ਉਸਦੇ ਪਿੰਡ ਸ਼ਾਹਪੁਰ ਤੋਂ ਆ ਜਾਵੇਗਾ। ਉਸਨੂੰ ਅੰਦਰੋਂ ਚਾਹ ਦੇ ਬਣਨ ਦੀ ਖੁਸ਼ਬੂ ਆਉਣ ਲੱਗੀ। ਰਾਮਫੁੱਲ ਨੇ ਤੇਜ਼ੀ ਨਾਲ ਮੇਜ਼ ਅਤੇ ਕੁਰਸੀਆਂ ਕੱਢੀਆਂ। ਕਹਾਣੀਕਾਰ ਚਾਹੁੰਦਾ ਸੀ ਕਿ ਚਾਹ ਹੇਠਾਂ ਘਾਹ ਉੱਤੇ ਬੈਠ ਕੇ ਪੀਤੀ ਜਾਵੇ ਪਰ ਉਸਨੂੰ ਪਤਾ ਸੀ ਕਿ ਨਾ ਤਾਂ ਸੋਨੀਆ ਮੰਨੇਗੀ ਤੇ ਨਾ ਬੱਚੇ ਮੰਨਣਗੇ। ਸੋਨੀਆ, ਬੱਚੇ ਤੇ ਉਹਨਾਂ ਦਾ ਮਾਮਾ ਚਾਹ ਪੀਣ ਅਤੇ ਨਾਲ ਰੱਖੀਆਂ ਚੀਜ਼ਾਂ ਖਾਣ ਲੱਗ ਪਏ। ਸੋਨੀਆ ਕਦੇ ਕਦੇ ਕੋਈ ਚੀਜ਼ ਧੱਕੇ ਨਾਲ ਕਹਾਣੀਕਾਰ ਦੇ ਮੂੰਹ ਵਿੱਚ ਤੁੰਨ ਦਿੰਦੀ ਹੈ
ਪਰ ਕਹਾਣੀਕਾਰ ਅਜਿਹੀਆਂ ਗੱਲਾਂ ਤੋਂ ਛੇਤੀ ਹੀ ਅੱਕ ਜਾਂਦਾ ਸੀ ਤੇ ਉਹ ਬਹੁਤਾ ਚਿਰ ਆਪਣੇ ਆਪ ਵਿੱਚ ਰਹਿਣਾ ਚਾਹੁੰਦਾ ਸੀ। ਉਸਨੂੰ ਜਾਪਦਾ ਸੀ ਕਿ ਸੋਨੀਆ ਤੇ ਉਸ ਵਿਚਕਾਰ ਕੋਈ ਗੱਲ ਸੀ ਜੋ ਉਹਨਾਂ ਨੂੰ ਪਾੜਦੀ ਸੀ, ਪਰ ਸੋਨੀਆ ਚਾਹੁੰਦੀ ਸੀ ਕਿ ਉਹ ਜਿੰਨਾ ਚਿਰ ਬੰਗਲੇ ਵਿੱਚ ਰਹੇ ਉਸਦੀ ਹਰ ਖੇਡ ਵਿੱਚ ਸ਼ਰੀਕ ਹੋਵੇ ਤੇ ਉਹ ਮਹਿਮਾਨਾਂ ਨਾਲ ਉਸ ਵਾਂਗ ਹੀ ਰਸਮੀ ਜਿਹੀਆਂ ਗੱਲਾਂ ਕਰੇ। ਕਹਾਣੀਕਾਰ ਦੀ ਇਹ ਵੀ ਕਮਜ਼ੋਰੀ ਸੀ ਕਿ ਸੋਨੀਆ ਉਸਨੂੰ ਭਾਵੇਂ ਗੱਲ ਹਾਸੇ ਭਾਣੇ ਹੀ ਕਹਿ ਦੇਵੇ, ਪਰ ਉਹ ਉਸਨੂੰ ਭੁੱਲਦੀ ਨਹੀਂ ਸੀ। ਉਸਨੇ ਇੱਕ ਦਿਨ ਉਸਦੀ ਬੇਬੇ ਦੀ ਸਾਗ ਲਾਉਂਦਿਆਂ ਸੁਕਮਾਨ ਸ਼ਬਦ ਬੜਾ ਚੱਬ ਕੇ ਬੋਲਿਆ ਸੀ। ਅਸਲ ਵਿੱਚ ਉਸਦੀ ਬੇਬੇ ਜਦੋਂ ਕਦੀ ਥੱਕੀ ਟੁੱਟੀ ਹੁੰਦੀ ਸੀ ਤਾਂ ਉਹ ਚੁੱਲ੍ਹੇ ਮੂਹਰੇ ਬੈਠੇ ਹੀ ਭਾਂਡੇ ਨੂੰ ਸੁਆਹ ਨਾਲ ਮਾਂਜ ਕੇ, ਹੱਥ ਫੇਰ ਕੇ ਤੇ ਲਿਸ਼ਕਾ ਕੇ ਉਸ ਵਿੱਚ ਸਾਗ ਪਾ ਦਿੰਦੀ ਸੀ। ਇਸ ਨੂੰ ਸੁਕਮਾਂਜ ਕਹਿੰਦੇ ਸਨ। ਇੱਕ ਵਾਰੀ ਉਸਨੇ ਉਹਨਾਂ ਲਈ ਵੀ ਇਸੇ ਤਰ੍ਹਾਂ ਹੀ ਕੀਤਾ ਤਾਂ ਸੋਨੀਆ ਨੇ ਸਾਗ ਨਹੀਂ ਸੀ ਖਾਧਾ। ਸੋਨੀਆ ਪਿੰਡ ਜਾ ਕੇ ਖੱਟੀ ਲੱਸੀ ਬੜੇ ਸ਼ੌਂਕ ਨਾਲ ਪੀਂਦੀ ਸੀ। ਕਹਾਣੀਕਾਰ ਦਾ ਵਿਚਾਰ ਸੀ ਕਿ ਜੇਕਰ ਉਹ ਬੇਬੇ ਨੂੰ ਲੱਸੀ ਵਿੱਚ ਹੱਥ ਘਚੋਲ ਕੇ ਮੱਖਣ ਕੱਢਦੀ ਦੇਖ ਲਵੇ ਤਾਂ ਬੰਦੇ ਦੀ ਛੂਹ ਤੋਂ ਮੁਕਤ, ਖਾਣੇ ਨੂੰ ਚੰਗਾ ਸਮਝਣ ਵਾਲੀ ਵਲੈਤਣ ਕਦੇ ਲੱਸੀ ਪੀਵੇ ਹੀ ਨਾ। ਬੰਗਲੇ ਵਿੱਚ ਜਦੋਂ ਵੀ ਸੋਨੀਆ ਦਾ ਕੋਈ ਭਾਈ ਭਤੀਜਾ ਆਉਂਦਾ ਤਾਂ ਖੁਸ਼ੀ ਦਾ ਵਾਤਾਵਰਨ ਪਸਰ ਜਾਂਦਾ ਸੀ, ਪਰ ਜੇਕਰ ਕੋਈ ਕਹਾਣੀਕਾਰ ਦੇ ਪਿੰਡੋਂ ਆਉਂਦਾ ਤਾਂ ਚੁੱਪ ਵਰਤ ਜਾਂਦੀ। ਸੋਨੀਆ ਉਸਦੇ ਮਾਂ-ਬਾਪ ਨੂੰ ਪਸੰਦ ਕਰਦੀ ਸੀ ਤੇ ਉਹਨਾਂ ਨੂੰ ਮਾਇਕ ਸਹਾਇਤਾ ਵੀ ਦਿੰਦੀ ਸੀ, ਪਰ ਨਾਲ ਹੀ ਉਹ ਚਾਹੁੰਦੀ ਸੀ ਕਿ ਉਹ ਬਹੁਤਾ ਚਿਰ ਬੰਗਲੇ ਵਿੱਚ ਨਾ ਠਹਿਰਨ। ਉਹ ਆਪ ਵੀ ਉਹਨਾਂ ਕੋਲ ਨਹੀਂ ਸੀ ਰਹਿਣਾ ਚਾਹੁੰਦੀ। ਇੱਕ ਵਾਰੀ ਕਹਾਣੀਕਾਰ ਨੇ ਬੇਬੇ ਨੂੰ ਧੱਕੇ ਨਾਲ ਬੰਗਲੇ ਵਿੱਚ ਰੱਖ ਲਿਆ, ਪਰ 5ਵੇਂ ਦਿਨ ਉਹ ਰੋ ਪਈ ਕਿਉਂਕਿ ਉੱਥੇ ਉਸਨੂੰ ਕੱਤਣ ਤੁੰਬਣ ਆਦਿ ਦਾ ਕੋਈ ਕੰਮ ਨਹੀਂ ਸੀ। ਉਸਨੂੰ ਵਿਹਲਿਆਂ ਬਹਿਣਾ ਪਸੰਦ ਨਹੀਂ ਸੀ, ਪਰ ਸੋਨੀਆ ਨੂੰ ਉਸਦਾ ਕੰਮ ਕਰਨਾ ਪਸੰਦ ਨਹੀਂ ਸੀ। ਬੇਬੇ ਗੱਲਾਂ ਕਰਨ ਦੀ ਮਾਰੀ ਕਹਾਣੀਕਾਰ ਦੇ ਕੋਲ ਸੌਂਦੀ ਸੀ, ਪਰ ਸੋਨੀਆ ਨੂੰ ਇਹ ਗੱਲ ਵੀ ਪਸੰਦ ਨਹੀਂ ਸੀ। ਇਸ ਬੰਗਲੇ ਵਿੱਚ ਟੈਨਸ਼ਨ ਦਾ ਕਾਰਨ 3 ਕੁ ਮਹੀਨੇ ਪਹਿਲਾਂ ਵਾਪਰੀ ਇੱਕ ਘਟਨਾ ਵੀ ਸੀ, ਜਦੋਂ ਕਹਾਣੀਕਾਰ ਦੇ ਘਰ ਵਿੱਚ ਇੱਕ ਚਾਚਾ ਆਪਣੇ ਮੁੰਡੇ ਨਾਲ ਉਹਨਾਂ ਦੇ ਬੰਗਲੇ ਵਿੱਚ ਆ ਗਿਆ। ਉਹਨਾਂ ਦੀ ਫੌਜਦਾਰੀ ਹੋ ਗਈ ਸੀ। ਕਹਾਣੀਕਾਰ ਸ਼ਾਮੀ ਸ਼ਹਿਰੋਂ ਆਇਆ ਤਾਂ ਉਹ ਅਜੇ ਅੰਬ ਹੇਠ ਹੀ ਮੰਜੇ ਉੱਤੇ ਬੈਠੇ ਸਨ। ਕੋਲ ਉਹਨਾਂ ਦੇ ਸੋਨੀਆ ਦਾ ਲਾਡਲਾ ਟਾਈਗਰ ਵੀ ਬੈਠਾ ਸੀ। ਉਹ ਉੱਠ ਕੇ ਕਿਤੇ ਫਿਰਨ ਤੁਰਨ ਜੋਗੇ ਵੀ ਨਹੀਂ ਸਨ। ਉਹਨਾਂ ਨੂੰ ਪਿਲਾਇਆ ਵੀ ਚਾਹ ਦਾ ਇੱਕ ਕੱਪ ਹੀ ਸੀ। ਕਹਾਣੀਕਾਰ ਨੂੰ ਬੜੀ ਖਿਝ ਆਈ ਕਿ ਜਦੋਂ ਉਹਨਾਂ ਨੇ ਦੱਸ ਦਿੱਤਾ ਸੀ ਕਿ ਉਹ ਉਹਨਾਂ ਦੇ ਪਿੰਡੋਂ ਆਏ ਹਨ ਤਾਂ ਉਹਨਾਂ ਨੂੰ ਅੰਦਰ ਕਿਉਂ ਨਹੀਂ ਬਿਠਾਇਆ ਗਿਆ। ਕਹਾਣੀਕਾਰ ਨੇ ਟਾਈਗਰ ਨੂੰ ਬਣਾਇਆ ਤੇ ਉਹਨਾਂ ਨੂੰ ਡਰਾਇੰਗ ਰੂਮ ਵਿੱਚ ਲੈ ਗਿਆ। ਸੋਨੀਆ ਦੇ ਮੱਥੇ ਉੱਤੇ ਤ੍ਰਿਉਣੀਆਂ ਦੇਖ ਕੇ ਉਸਨੇ ਸੋਨੀਆ ਨੂੰ ਬੁਲਾ ਕੇ ਉਹਨਾਂ ਨਾਲ ਜਾਣ ਪਛਾਣ ਕਰਾਈ ਅਤੇ ਹੱਸਦਿਆਂ ਦੱਸਿਆ ਕਿ ਸ਼ਾਹਪੁਰ ਦੇ ਜੱਟਾਂ ਦੇ ਪੁੱਤ ਸ਼ਰਬਤ ਦੇ 3 ਗਿਲਾਸ ਨਹੀਂ ਪੀਂਦੇ, ਪਰ ਸੋਨੀਆ ਨੂੰ ਤਾਂ ਜੱਟਾਂ ਦੀ ਵਡਿਆਈ ਸੁਣ ਕੇ ਖਿਝ ਚੜ੍ਹਦੀ ਸੀ। ਕਹਾਣੀਕਾਰ ਨੇ ਨੌਕਰ ਰਾਮਫਲ ਤੋਂ ਫਰੂਟ ਜੂਸ ਦੀਆਂ 6 ਬੋਤਲਾਂ ਕਢਵਾਈਆਂ ਤੇ ਸੋਨੀਆ ਦੇ ਕਾਕੇ ਰਾਹੀਂ ਪਤਾ ਕਰਨ ਤੇ ਕਿਹਾ ਕਿ ਉਹ 2-2 ਕੱਪ ਚਾਹ ਵੀ ਪੀਣਗੇ। ਕਹਾਣੀਕਾਰ ਨੂੰ ਅਨੁਭਵ ਹੋ ਰਿਹਾ ਸੀ ਕਿ ਉਸਦੀ ਆਵਾਜ਼ ਟੈਨਸ਼ਨ ਵਿੱਚੋਂ ਨਿਕਲ ਰਹੀ ਸੀ। ਅਸਲ ਵਿੱਚ ਸੋਨੀਆ ਉਸਨੂੰ ਆਪਣੇ ਵਿਚਾਰਾਂ ਨਾਲ ਬੰਨ੍ਹਣਾ ਚਾਹੁੰਦੀ ਸੀ, ਪਰ ਉਹ ਸ਼ਾਹਪੁਰ ਦੀ ਗਿੱਲਾਧੀਪਤੀ ਨਾਲ ਵੀ ਜੁੜਿਆ ਰਹਿਣਾ ਚਾਹੁੰਦਾ ਸੀ। ਉਹਨਾਂ ਨਾਲ ਗੱਲਾਂ ਕਰਨ ਦਾ ਤੇ ਆਪਣੀ ਬੋਲੀ ਬੋਲਣ ਦਾ ਕਹਾਣੀਕਾਰ ਨੂੰ ਅਨੋਖਾ ਹੀ ਸਵਾਦ ਆਉਂਦਾ ਸੀ। ਸੋਨੀਆ ਤਾਂ ਆਪਣੇ ਇਲਾਕੇ ਦੀ ਬੋਲੀ ਬੋਲਦੀ ਹੀ ਨਹੀਂ ਸੀ। ਉਹ ਆਪਣੇ ਬੱਚਿਆਂ ਨਾਲ ਅੰਗਰੇਜ਼ੀ ਜਾਂ ਹਿੰਦੀ ਬੋਲਦੀ। ਉਹ ਟਾਈਗਰ ਨਾਲ ਸਿਰਫ ਅੰਗਰੇਜ਼ੀ ਬੋਲਦੀ। ਕਿਸੇ ਦੇ ਆਉਣ 'ਤੇ ਉਸਨੂੰ ਪੰਜਾਬੀ ਬੋਲਦਿਆਂ ਸੰਗ ਆਉਂਦੀ, ਪਰ ਕਹਾਣੀਕਾਰ ਨਾਲ ਪਿਆਰ ਕਰਦਿਆਂ ਉਹ ਪੰਜਾਬੀ ਬੋਲਦੀ ਸੀ। ਕਹਾਣੀਕਾਰ ਕਹਿੰਦਾ ਹੈ ਕਿ ਉਸਦੇ ਬੰਗਲੇ ਵਿੱਚ ਕੇਵਲ 2 ਹੀ ਪੰਜਾਬੀ ਭਾਸ਼ੀ ਸਨ, ਇੱਕ ਉਹ ਆਪ ਤੇ ਦੂਜਾ ਉਸਦਾ ਕੁੱਤਾ ਢੇਰੂ। ਸ਼ਾਮ ਵੇਲੇ ਕਹਾਣੀਕਾਰ, ਉਸਦਾ ਚਾਚਾ ਤੇ ਭਰਾ ਬਰਾਂਡੇ ਵਿੱਚ ਬੈਠ ਕੇ ਸ਼ਰਾਬ ਪੀਂਦੇ ਰਹੇ। ਫਿਰ ਜਦੋਂ ਖਾਣਾ ਖਾਣ ਲਈ ਟੇਬਲ 'ਤੇ ਬੈਠੇ ਤਾਂ ਚਾਚੇ ਨੇ ਵਲੈਤੀ ਸ਼ਰਾਬ ਦੀ ਲਾਲਚ ਵਿੱਚ ਜ਼ਿਆਦਾ ਪੀ ਲਈ। ਮੁੰਡੇ ਨੇ ਬਾਥਰੂਮ ਦੀ ਟੂਟੀ 'ਤੇ ਹੱਥ ਧੋ ਕੇ ਚਾਦਰੇ ਨਾਲ ਹੱਥ ਪੂੰਝ ਲਏ ਤੇ ਵਾਸ਼ ਬੇਸਿਨ 'ਤੇ ਟੰਗਿਆ ਤੌਲੀਆ ਨਾ ਵਰਤਿਆ। ਰੋਟੀ ਖਾਂਦਿਆਂ ਚਾਚੇ ਨੇ ਇੱਕ ਚਮਚਾ ਮਾਰ ਕੇ ਚੌਲ ਖਿੰਡਾ ਦਿੱਤੇ ਤੇ ਇੱਕ ਹੱਡੀ ਹੱਥੋਂ ਛੁੱਟ ਕੇ ਪਲੇਟ ਵਿੱਚ ਜਾ ਡਿੱਗੀ। ਹੋ ਸਕਦਾ ਹੈ ਕਿ ਤਰੀ ਦਾ ਕੋਈ ਛਿੱਟਾ ਕਿਸੇ ਬੱਚੇ ਦੀ ਪਲੇਟ ਵਿੱਚ ਜਾ ਪਿਆ ਹੋਵੇ। ਸੋਨੀਆ ਖਾਣਾ ਛੱਡ ਕੇ ਦੂਸਰੇ ਕਮਰੇ ਵਿੱਚ ਚਲੀ ਗਈ। ਕਹਾਣੀਕਾਰ ਆਪਣੀ ਪਤਨੀ ਦੇ ਵਤੀਰੇ ਉੱਤੇ ਗੁੱਸੇ ਵਿੱਚ ਬੋਲਿਆ। ਮੁੰਡੇ ਨੇ ਆਪਣੇ ਬਾਪੂ ਨੂੰ ਘੂਰਿਆ। ਇਸ ਸਮੇਂ ਕਹਾਣੀਕਾਰ ਨੂੰ ਬੰਗਲੇ ਵਿੱਚ ਫੈਲੀ ਟੈਨਸ਼ਨ ਦਾ ਅਹਿਸਾਸ ਹੋਇਆ ਤੇ ਉਹ ਹੱਸ ਪਿਆ। ਉਸਨੇ ਸਾਰਿਆਂ ਨੂੰ ਖਾਣਾ ਖਾਣ ਲਈ ਕਿਹਾ। ਚਾਚੇ ਨੇ ਮੂਰਖਾਂ ਵਾਂਗ ਹੱਸ ਕੇ ਪਲੇਟ ਚੁੱਕ ਕੇ ਤਰੀ ਪੀਣੀ ਸ਼ੁਰੂ ਕਰ ਦਿੱਤੀ, ਜਿਸ ਨਾਲ ਉਸਦੀ ਦਾੜੀ ਲਿਬੜ ਗਈ, ਜਿਹੜੀ ਉਸਨੇ ਪੱਗ ਦੀ ਲੜ ਨਾਲ ਪੂੰਝ ਲਈ। ਖਾ ਪੀ ਕੇ ਉਹ ਲੇਟ ਗਏ। ਕਹਾਣੀਕਾਰ ਨੂੰ ਸੋਨੀਆ ਨਾ ਦਿਸੀ। ਸਵੇਰੇ ਉਸਨੇ ਮਹਿਮਾਨਾਂ ਦੇ ਖਾਣ ਲਈ ਹਰ ਇੱਕ ਚੀਜ਼ ਤਿਆਰ ਕਰਾਈ। ਕਹਾਣੀਕਾਰ ਨੇ ਆਪਣੇ ਚਾਚੇ ਤੇ ਭਰਾ ਨੂੰ ਪੁਲਿਸ ਇੰਸਪੈਕਟਰ ਦੇ ਨਾਂ ਰੁੱਕਾ ਦੇ ਕੇ ਤੋੜ ਦਿੱਤਾ ਤੇ ਆਪ ਕਚਹਿਰੀ ਚਲਾ ਗਿਆ। ਸੋਨੀਆ ਦਫ਼ਤਰ ਚਲੀ ਗਈ ਤੇ ਬੱਚੇ ਸਕੂਲ। ਕਹਾਣੀਕਾਰ ਨੂੰ ਸਾਰਾ ਦਿਨ ਬੰਗਲੇ ਵਿੱਚ ਫੈਲੀ ਟੈਨਸ਼ਨ ਦਾ ਖਿਆਲ ਆਉਂਦਾ ਰਿਹਾ। ਸ਼ਾਮ ਨੂੰ ਬੱਚੇ ਖੇਡ ਰਹੇ ਸਨ। ਕਹਾਣੀਕਾਰ ਤੀਜਾ ਪੈਗ ਪੀ ਰਿਹਾ ਸੀ। ਸੋਨੀਆ ਉਸਦੇ ਸਾਹਮਣੇ ਬੈਠੀ ਰਸਾਲਾ ਪੜ੍ਹ ਰਹੀ ਸੀ ਤੇ ਉਹ ਜ਼ਰਾ ਗੁੱਸੇ ਵਿੱਚ ਜਾਪਦੀ ਸੀ। ਕਹਾਣੀਕਾਰ ਨੇ ਉਸਨੂੰ ਕਿਹਾ ਕਿ ਉਹ ਦੋਵੇਂ ਕਿਉਂ ਨਿੱਕੀਆਂ-ਨਿੱਕੀਆਂ ਗੱਲਾਂ ਪਿੱਛੇ ਆਪਣੇ ਆਪ ਨੂੰ ਤਬਾਹ ਕਰ ਰਹੇ ਸਨ। ਇਹ ਸੁਣ ਕੇ ਸੋਨੀਆ ਉਸਨੂੰ ਚਿੰਬੜ ਕੇ ਰੋਣ ਲੱਗ ਪਈ।
ਉਹ ਕਹਾਣੀਕਾਰ ਦੀਆਂ ਵਧੀਕੀਆਂ ਭੁੱਲ ਕੇ ਉਸਨੂੰ ਚਿੰਬੜ ਜਾਂਦੀ ਸੀ। ਇਸ ਤਰ੍ਹਾਂ ਉਸਨੂੰ ਬਹੁਤ ਪਿਆਰ ਕਰਦੀ ਸੀ, ਪਰ ਕਹਾਣੀਕਾਰ ਕੁਝ ਵੀ ਨਹੀਂ ਸੀ ਭੁੱਲਦਾ। ਇੰਨੇ ਨੂੰ ਕਹਾਣੀਕਾਰ ਦੀ ਭੂਆ ਦਾ ਪੁੱਤ ਦਿਆਲ ਤੇ ਨਿਹਾਲ ਮਾਜਰੀ ਤੋਂ ਆ ਗਏ। ਕਹਾਣੀਕਾਰ ਨੇ ਉਹਨਾਂ ਨੂੰ ਲਾਅਨ ਵਿੱਚ ਬਿਠਾ ਕੇ ਨੌਕਰ ਰਾਮਫਲ ਨੂੰ ਚਾਹ ਲਿਆਉਣ ਲਈ ਕਿਹਾ। ਉਹਨਾਂ ਕਹਾਣੀਕਾਰ ਨੂੰ ਆਪਣੀ ਉਸ ਕੋਲ ਆਉਣ ਦੀ ਮਜਬੂਰੀ ਦੱਸੀ। ਟਾਈਗਰ ਦੇ ਢੇਰੂ ਉਹਨਾਂ ਕੋਲ ਆ ਬੈਠੇ। ਕਹਾਣੀਕਾਰ ਨੇ ਦਿਆਲ ਨੂੰ ਢੇਰੂ ਬਾਰੇ ਦੱਸਿਆ ਕਿ ਉਸ ਨੂੰ ਪਹਿਲਾਂ SDM ਉੱਥੇ ਛੱਡ ਗਿਆ, ਸ਼ਾਇਦ ਉਸਦੇ ਬੁੱਢਾ ਤੇ ਖੁਰਾਕ ਖਾਂਦਾ ਹੋਣ ਕਰਕੇ। ਉਸਨੇ ਉਸਨੂੰ ਇਹ ਨਾ ਦੱਸਿਆ ਕਿ ਕਈ ਵਾਰੀ ਢੇਰੂ ਵੀ ਉਸ ਤੇ ਸੋਨੀਆ ਵਿੱਚ ਝਗੜੇ ਦਾ ਕਾਰਨ ਬਣ ਜਾਂਦਾ ਸੀ ਤੇ ਉਹ ਉਸਨੂੰ ਗੋਲੀ ਪਵਾ ਕੇ ਮਾਰ ਦੇਣਾ ਚਾਹੁੰਦੀ ਸੀ, ਜਦਕਿ ਉਸਨੂੰ ਅਜਿਹੀ ਬੇਰਹਿਮੀ ਪਸੰਦ ਨਹੀਂ ਸੀ, ਪਰ ਉਹ ਇਸ ਨੂੰ ਅੰਗਰੇਜ਼ਾਂ ਵਾਲੀ ਮਰਸੀ ਕਿਲਿੰਗ ਦੱਸਦੀ ਸੀ। ਅਸਲ ਵਿੱਚ ਉਸਨੂੰ ਤਾਂ ਇਹ ਵੀ ਪਸੰਦ ਨਹੀਂ ਸੀ ਕਿ ਬੰਗਲੇ ਵਿੱਚ ਢੇਰੂ ਨਾਂ ਦਾ ਕੋਈ ਕੁੱਤਾ ਹੋਵੇ। ਉਹ ਤਾਂ ਕਹਾਣੀਕਾਰ ਨੂੰ ਵੀ ਲਾਅਨ ਵਿੱਚ ਕੱਛਾ ਜਾਂ ਚਾਦਰਾ ਲਾ ਕੇ ਨਹੀਂ ਸੀ ਬੈਠਣ ਦਿੰਦੀ। ਕਹਾਣੀਕਾਰ ਦਿਆਲ ਤੇ ਨਿਹਾਲ ਨੂੰ ਪਿਛਲੇ ਲਾਅਨ ਵਿੱਚ ਲੈ ਗਿਆ, ਜਿੱਥੇ ਉਹਨਾਂ ਦੀ ਸੋਨੀਆ ਤੇ ਬੱਚਿਆਂ ਨਾਲ ਰਸਮੀ ਜਿਹੀ ਸਤਿ ਸ਼੍ਰੀ ਅਕਾਲ ਹੋਈ ਤੇ ਉਹ ਤਿੰਨੇ ਮੰਜੀਆਂ ਉੱਪਰ ਬੈਠ ਕੇ ਸ਼ਰਾਬ ਪੀਣ ਲੱਗ ਪਏ। ਸੋਨੀਆ ਨੇ ਕਹਾਣੀਕਾਰ ਨੂੰ ਉਸਦੀ ਸਿਹਤ ਠੀਕ ਨਾ ਹੋਣ ਕਰਕੇ ਜ਼ਿਆਦਾ ਪੀਣ ਤੋਂ ਮਨਾ ਕੀਤਾ। ਕਹਾਣੀਕਾਰ ਆਪਣੀ ਸਿਹਤ ਦੀ ਖਰਾਬੀ ਦਾ ਕਾਰਨ ਸੋਨੀਆ ਦੁਆਰਾ ਪੈਦਾ ਕੀਤੀ ਟੈਨਸ਼ਨ ਨੂੰ ਸਮਝਦਾ ਸੀ ਤੇ ਦੱਸਦਾ ਹੈ ਕਿ ਉਹੀ ਉਸਦਾ ਇਲਾਜ ਵੀ ਕਰਦੀ ਰਹਿੰਦੀ ਹੈ। ਨਸ਼ਾ ਚੜ੍ਹਨ ਤੇ ਉਸਨੇ ਆਪਣੇ ਭਰਾ ਨੂੰ ਦੱਸਿਆ ਕਿ ਸੋਨੀਆ ਬੁੱਢੇ ਢੇਰੂ ਨੂੰ ਗੋਲੀਆਂ ਪਾਉਣ ਲਈ ਕਹਿੰਦੀ ਹੈ, ਪਰ ਉਹ ਇਹ ਕੰਮ ਚੰਗਾ ਨਹੀਂ ਸਮਝਦਾ ਕਿਉਂਕਿ ਉਹ ਕਦੇ ਆਪਣੇ ਬੁੜੇ ਬਲਦਾਂ ਨੂੰ ਗੋਲੀ ਪਵਾ ਕੇ ਨਹੀਂ ਸਨ ਮਾਰਦੇ। ਦਿਆਲ ਨੇ ਕਿਹਾ ਕਿ ਜੇ ਉਹਨਾਂ ਦੇ ਮੁੰਡੇ ਪੜ੍ਹ ਲਿਖ ਗਏ ਤਾਂ ਉਹ ਉਹਨਾਂ ਨੂੰ ਬੁੜੇ ਹੋਇਆਂ ਨੂੰ ਗੋਲੀਆਂ ਪਵਾ ਦੇਣਗੇ। ਇਹ ਕਹਿ ਕੇ ਉੱਚੀ ਉੱਚੀ ਹੱਸਣ ਲੱਗ ਪਿਆ। ਰਾਮਫਲ ਵੱਲੋਂ ਖਾਣੇ ਦਾ ਸੁਨੇਹਾ ਆਉਣ ਤੇ ਕਹਾਣੀਕਾਰ ਨਹੀਂ ਸੀ ਚਾਹੁੰਦਾ ਕਿ ਖਾਣਾ ਮੇਜ਼ ਉੱਪਰ ਬੈਠ ਕੇ ਖਾਧਾ ਜਾਵੇ। ਉਸਨੂੰ ਕਦੇ ਕਦੇ ਆਪਣੇ ਅਸਲੀ ਰੰਗ ਵਿੱਚ ਜਿਉਣਾ ਚੰਗਾ ਲੱਗਦਾ ਸੀ। ਉਸਦੇ ਹੁਕਮ ਅਨੁਸਾਰ ਰਾਮਫਲ ਉਸ ਲਈ ਮੀਟ ਦਾ ਪਤੀਲਾ ਉੱਥੇ ਹੀ ਚੁੱਕ ਲਿਆਇਆ ਤੇ ਰੋਟੀਆਂ ਵੀ ਪੌਣੇ ਵਿੱਚ ਹੀ ਲੈ ਆਇਆ। ਕਹਾਣੀਕਾਰ ਤੇ ਉਸਦੇ ਭਰਾਵਾਂ ਨੇ ਬੜੇ ਸਵਾਦ ਨਾਲ ਖਾਣਾ ਖਾਧਾ। ਸੋਨੀਆ ਖਾਣ ਦੇ ਇਸ ਢੰਗ ਤੋਂ ਬਹੁਤ ਦੁਖੀ ਹੁੰਦੀ ਸੀ, ਪਰ ਕਹਾਣੀਕਾਰ ਨੂੰ ਇਸ ਤਰ੍ਹਾਂ ਖਾਣਾ ਖਾਣ ਵਾਲਿਆਂ ਨਾਲ ਰਲ ਕੇ ਖਾਣਾ ਖਾਣ ਦਾ ਬਹੁਤ ਸਵਾਦ ਆਉਂਦਾ ਸੀ। ਰੋਟੀ ਖਾ ਕੇ ਉਹਨਾਂ ਨੇ ਇੱਕੋ ਤੌਲੀਏ ਨਾਲ ਹੱਥ, ਮੂੰਹ ਤੇ ਮੁੱਛਾਂ ਪੂੰਝ ਲਈਆਂ। ਉਹ ਉਹਨਾਂ ਦੇ ਕੋਲ ਹੀ ਮੰਜਾ ਢਾ ਕੇ ਲੰਮਾ ਪੈ ਗਿਆ। ਸੋਨੀਆ ਚਾਹੁੰਦੀ ਸੀ ਕਿ ਅੰਦਰ ਉਸਦੇ ਕੋਲ ਆ ਕੇ ਸੋਵੇ। ਕਹਾਣੀਕਾਰ ਨੂੰ ਉਸਦੀ ਆਵਾਜ਼ ਤਣਾਅ ਜਾਪਦਾ ਹੈ। ਉਸਨੂੰ ਕਦੇ ਕਦਾਈ ਵੱਖਰਾ ਸੋਣਾ ਚੰਗਾ ਲੱਗਦਾ ਸੀ, ਪਰ ਸੋਨੀਆ ਤੋਂ ਇਹ ਗੱਲ ਬਰਦਾਸ਼ਤ ਨਹੀਂ ਸੀ ਹੁੰਦੀ। ਕਈ ਹੋਰ ਵੀ ਗੱਲਾਂ ਅਜਿਹੀਆਂ ਸਨ ਜਿਹੜੀਆਂ ਕਹਾਣੀਕਾਰ ਨੂੰ ਚੰਗੀਆਂ ਨਹੀਂ ਸਨ ਲੱਗਦੀਆਂ, ਪਰ ਉਹ ਜ਼ਾਹਰ ਨਹੀਂ ਸੀ ਕਰਦਾ। ਜਿਵੇਂ ਉਹ ਚਾਹੁੰਦਾ ਸੀ ਕਿ ਉਸਦੇ ਬੱਚੇ ਕੇਸਧਾਰੀ ਹੋਣ ਤੇ ਪੱਗ ਬੰਨ੍ਹਣ, ਪਰ ਸੋਨੀਆ ਉਹਨਾਂ ਨੂੰ ਬੜੇ ਸ਼ੌਂਕ ਨਾਲ ਸ਼ਹਿਰ ਲਿਜਾ ਕੇ ਉਹਨਾਂ ਦੇ ਵਾਲ ਕਟਾ ਆਉਂਦੀ ਸੀ। ਬੇਸ਼ੱਕ ਕਹਾਣੀਕਾਰ ਨਾ ਪੱਕਾ ਸਿੱਖ ਸੀ ਤੇ ਨਾ ਹੀ ਪੱਕੇ ਸਿੱਖ ਦਾ ਪੁੱਤ ਪੋਤਾ ਸੀ, ਪਰ ਉਹ ਚਾਹੁੰਦਾ ਸੀ ਕਿ ਉਸਦੇ ਬੱਚੇ ਪੱਗ ਬੰਨ੍ਹਣ। ਇੱਕ ਵਾਰੀ ਕਹਾਣੀਕਾਰ ਨੇ ਕਿਹਾ ਸੀ, ਪਰ ਸੋਨੀਆ ਨੇ ਉਸਦਾ ਮਖੌਲ ਉਡਾਇਆ ਸੀ ਕਿ ਉਹ ਚੁੱਪ ਹੀ ਕਰ ਗਿਆ ਸੀ। ਕਹਾਣੀਕਾਰ ਸੋਨੀਆ ਨੂੰ ਘਰ ਵਿੱਚ ਮਹਿੰਦੀ ਤੇ ਟੱਕ ਦਾ ਬੂਟਾ ਲਾਉਣ ਲਈ ਵੀ ਕਹਿੰਦਾ, ਪਰ ਉਹ ਉਸਦਾ ਮਖੌਲ ਉਡਾਉਂਦੀ ਸੀ। ਬੇਸ਼ੱਕ ਸੋਨੀਆ ਨੂੰ ਵੀ ਫੁੱਲਾਂ ਦਾ ਸ਼ੌਂਕ ਸੀ, ਪਰ ਕਹਾਣੀਕਾਰ ਚਾਹੁੰਦਾ ਸੀ ਕਿ ਘਰ ਵਿੱਚ ਸਰੋਂ ਦੇ ਫੁੱਲਾਂ ਦੀ ਕਿਆਰੀ ਹੋਵੇ। ਦਿਆਲ, ਨਿਹਾਲ ਤੇ ਬੱਚੇ ਸੋ ਗਏ ਹਨ। ਸੋਨੀਆ ਦੇ ਕਮਰੇ ਦੀ ਬੱਤੀ ਜਗ ਰਹੀ ਸੀ। ਕਹਾਣੀਕਾਰ ਨੇ ਜਾ ਕੇ ਦੇਖਿਆ ਕਿ ਉਹ ਰੋ ਰਹੀ ਸੀ। ਕਹਾਣੀਕਾਰ ਨੇ ਉਸਨੂੰ ਪਿਆਰ ਨਾਲ ਬੁਲਾਇਆ ਤੇ ਉਸਦਾ ਮੂੰਹ ਚੁੰਮਿਆ। ਉਹ ਸੋਚਣ ਲੱਗ ਪਿਆ ਕਿ ਉਸਨੇ ਆਪਣਾ ਕਿੰਨਾ ਬੁਰਾ ਹਾਲ ਕਰ ਲਿਆ ਸੀ। ਵਿਚਾਰੀ ਇੱਕ ਰਾਤ ਦੀ ਜੁਦਾਈ ਵੀ ਨਹੀਂ ਸੀ ਝੱਲ ਸਕਦੀ। ਇਸ ਪ੍ਰਕਾਰ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਆਧੁਨਿਕ ਤੇ ਪੁਰਾਤਨ ਰੁਚੀਆਂ ਕਾਰਨ ਪਤੀ ਪਤਨੀ ਵਿਚਕਾਰ ਪੈਦਾ ਹੋਣ ਵਾਲੀ ਟੈਨਸ਼ਨ ਨੂੰ ਇਸ ਕਹਾਣੀ ਵਿੱਚ ਪੇਸ਼ ਕੀਤਾ ਹੈ।